ਨਮਸਤੇ, ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਜੀ। ਅੱਜ ਆਪਾਂ ਲੈਕਚਰ 3 ਤੇ ਆ ਗਏ ਐਂਗੂਲਰ ਦੇ। ਤੇ ਪਲੀਜ਼ ਸਾਡਾ ਚੈਨਲ ਟੈਕ ਇੰਜੀਨੀਅਰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਸੀਂ ਹੋਰ ਵਧੀਆ ਤੁਹਾਡੇ ਲਈ ਇੱਦਾਂ ਵੀਡੀਓ ਬਣਾਉਂਦੇ ਰਹੀਏ। ਤੇ ਅੱਜ ਆਪਾਂ ਸਟਾਰਟ ਕਰਨ ਲੱਗੇ ਹਾਂ ਕੰਪੋਨੈਂਟਸ ਤੇ। ਕੰਪੋਨੈਂਟਸ ਬੇਸਿਕਲੀ ਮੈਂ ਤੁਹਾਨੂੰ ਦੱਸਿਆ ਵੀ ਸੀ ਕਿ ਕੁਝ ਇਹ ਫਾਈਲਾਂ ਹੁੰਦੀਆਂ ਨੇ, 4 ਫਾਈਲਸ ਹੁੰਦੀਆਂ ਨੇ ਹਰ ਕੰਪੋਨੈਂਟਸ ਦੀਆਂ। ਜਿਵੇਂ ਹੈਡਰ ਕੰਪੋਨੈਂਟ 'ਚ ਮੇਰੇ ਕੋਲ ਹੈਗੇ ਨੇ ਹੈਡਰ ਦੀ TS ਸਪੈਕ HTML ਤੇ CSS ਫਾਈਲ। ਤੇ ਅਸਲ 'ਚ HTML ਦੇ ਵਿੱਚ ਆਪਾਂ ਟੈਗਸ ਹੁੰਦੇ ਨੇ, ਜਿਵੇਂ ਉੱਦਾਂ ਦੇ ਟੈਗਸ ਹੀ ਆਪਾਂ ਯੂਜ਼ ਕਰਕੇ ਕੰਪੋਨੈਂਟਸ ਬਣਾਉਂਦੇ ਨੇ। ਹਰ ਕੰਪੋਨੈਂਟਸ ਦਾ ਸਿਲੈਕਟਰ ਬਣਦਾ ਹੈ। ਇਹ ਆਪਾਂ HTML ਟੈਗ ਦੇ ਵਾਂਗ ਯੂਜ਼ ਕਰਕੇ ਕਰ ਲੈਂਦੇ ਜਿੱਥੇ ਆਪਾਂ ਕੰਪੋਨੈਂਟ ਯੂਜ਼ ਕਰਨਾ ਹੁੰਦਾ। ਕੰਪੋਨੈਂਟਸ ਦਾ ਮਤਲਬ ਕੀ ਹੁੰਦਾ ਹੈ? ਕੰਪੋਨੈਂਟਸ ਦਾ ਆਪਾਂ ਮਤਲਬ ਦੇਖਦੇ ਹਾਂ, ਜਿਵੇਂ ਐਂਗੂਲਰ ਦੀ ਸਾਈਡਸ ਹੈ ਇਹ। ਜਸਟ ਲਾਈਕ ਕਿ ਇਹ ਹੈਡਰ ਹੈ। ਹੈਡਰ ਮੈਂ ਇੱਕ ਡਿਫਰੈਂਟ ਕੰਪੋਨੈਂਟ ਬਣਾ ਲਿਆ। ਹੈਡਰ ਦੇ ਅੰਦਰ ਮੈਂ ਦੇ ਵਿੱਚ ਮੈਂ ਛੋਟੇ ਵੀ ਇੱਕ ਸੈਪਰੇਟ ਕੰਪੋਨੈਂਟਸ ਬਣਾ ਲਏ। ਬਲੌਗ ਦੇ ਡਿਫਰੈਂਟ ਕੰਪੋਨੈਂਟ ਬਣਾ ਲਿਆ। ਇਵੈਂਟਸ ਦਾ ਡਿਫਰੈਂਟ ਬਣਾ ਲਿਆ। ਇਹ ਸਾਈਡ ਮੈਨਿਊ ਦੇ ਡਿਫਰੈਂਟ ਕੰਪੋਨੈਂਟਸ ਨੇ, ਅਲੱਗ-ਅਲੱਗ ਕੰਪੋਨੈਂਟ ਨੇ। ਤੇ ਜਦੋਂ ਵੀ ਮੈਨੂੰ ਲੋੜ ਪਵੇ ਮੈਂ ਇਹਨਾਂ ਨੂੰ ਰੀਯੂਜ਼ ਕਰ ਸਕਦਾ। ਜਸਟ ਲਾਈਕ ਕਿ ਹੁਣ ਬਲੌਗ ਹੈਗਾ, ਮੈਂ ਬਲੌਗ ਦਾ ਕੰਪੋਨੈਂਟ ਬਣਾ ਲਿਆ, ਹੁਣ ਇਹ ਹੈਡਰ 'ਚ ਯੂਜ਼ ਕੀਤਾ ਵਾ। ਇਹ ਕੱਲ੍ਹ ਨੂੰ ਜੇ ਮੈਨੂੰ ਲੋੜ ਪੈਂਦੀ ਹੈ ਇਨ ਫਿਊਚਰ, ਮੈਂ ਫੂਟਰ ਦੇ ਕੇ ਫੂਟਰ ਦੇ ਵਿੱਚ ਵੀ ਉਹ ਕੰਪੋਨੈਂਟ ਰੀਯੂਜ਼ ਕਰ ਸਕਦਾ ਬਲੌਗ ਦਾ। ਮੈਨੂੰ ਦੁਬਾਰਾ ਕੋਡ ਲਿਖਣ ਦੀ ਲੋੜ ਨਹੀਂ ਪੈਂਦੀ। ਇਹ ਛੋਟੇ ਬਲੌਗਸ ਦੇ ਬਣ ਕੇ ਇੱਕ ਪੂਰੀ ਵੈਬਸਾਈਟ ਬਣਦੀ ਹੈ। ਛੋਟੇ ਬਲੌਗਸ ਜਿਨ੍ਹਾਂ ਨੂੰ ਕੰਪੋਨੈਂਟਸ ਕਹਿੰਦੇ, ਕੰਪੋਨੈਂਟਸ ਜੋੜ ਕੇ ਛੋਟੇ ਆਪਾਂ ਇੱਕ ਵੈਬਸਾਈਟ ਕ੍ਰੀਏਟ ਕਰ ਲੈਂਦੇ ਹਾਂ। ਤੇ ਉਹਨਾਂ ਕੰਪੋਨੈਂਟਸ ਨੂੰ ਆਪਾਂ ਰੀਯੂਜ਼ ਕਰ ਸਕਦੇ। ਇੱਦਾਂ ਹੀ ਰਿਐਕਟ ਦੇ ਵਿੱਚ ਵੀ ਕੰਪੋਨੈਂਟਸ ਹੀ ਬਣਦੇ ਨੇ। ਰਿਐਕਟ ਬਾਰੇ ਵੀ ਤੁਸੀਂ ਸੁਣਿਆ ਹੋਣਾ, ਨਹੀਂ ਇਨ ਫਿਊਚਰ ਅਸੀਂ ਉਹਦੀਆਂ ਵੀ ਵੀਡੀਓਜ਼ ਜ਼ਰੂਰ ਬਣਾਵਾਂਗੇ। ਤੇ ਇਹ ਹੁੰਦੇ ਨੇ ਕੰਪੋਨੈਂਟਸ। ਜਿਵੇਂ ਮੈਂ ਹੈਡਰ ਕੰਪੋਨੈਂਟ ਬਣਾ ਰੱਖਿਆ ਹੈ, ਇਹ ਹੈਡਰਸ ਦੀਆਂ ਫਾਈਲਸ ਨੇ। ਤੇ ਇਹ ਮੈਂ ਹੁਣੇ ਕ੍ਰੀਏਟ ਕੀਤਾ ਹੈ। ਜਸਟ ਲਾਈਕ ਮੈਂ ਇੱਕ ਹੋਰ ਕੰਪੋਨੈਂਟ ਕ੍ਰੀਏਟ ਕਰਕੇ ਦਿਖਾਉਂਦਾ ਤੁਹਾਨੂੰ। ਯੈਸ, ਜਦੋਂ ਵੀ ਆਪਾਂ ਕੋਈ ਵੀ ਨया ਕੰਪੋਨੈਂਟ ਬਣਾਉਣਾ, ਕੰਪੋਨੈਂਟ ਜਨਰੇਟ ਕਰਨੇ ਦਾ ਮੈਥਡ ਕੀ ਹੈ? ng ਜਨਰੇਟ ਕੰਪੋਨੈਂਟ। ਜਿਵੇਂ ਆਪਾਂ ਨੂੰ ਚਾਹੀਦਾ ਹੈ ਫੂਟਰ ਕੰਪੋਨੈਂਟ ਜਨਰੇਟ ਹੋ ਗਿਆ। ਇਸ ਦੀਆਂ 4 ਫਾਈਲਾਂ ਨਵੀਆਂ ਜਨਰੇਟ ਹੋਈਆਂ ਨੇ। ਇੱਕ ਫਾਈਲ ਅਪਡੇਟ ਹੋਈ ਹੈ, ਐਪ ਮੋਡਿਊਲ .ts। ਇਹ ਫਾਈਲਸ ਦੇਖਦੇ ਹਾਂ ਆਪਾਂ ਜਾ ਕੇ ਪਹਿਲਾਂ। ਐਪ ਦੇ ਅੰਦਰ ਫੋਲਡਰ ਕ੍ਰੀਏਟ ਹੋ ਗਿਆ ਫੂਟਰ ਦਾ। ਇਹ ਫਾਈਲਸ ਜਨਰੇਟ ਹੋ ਗਈਆਂ ਨੇ, CSS HTML। ਇਹ ਸਪੈਕ ਕ੍ਰੀਏਟ ਹੋ ਗਈ ਇਹਦੀ। ਇਹ ਆ ਗਿਆ ਇਸ ਦੀ JS ਫਾਈਲ। ਇਹ ਇੱਥੇ ਸਿਲੈਕਟਰ ਬਣ ਗਿਆ ਜਿਹੜਾ ਮੈਂ ਤੁਹਾਨੂੰ ਕਿਹਾ HTML ਟੈਗ ਵਾਂਗ ਯੂਜ਼। ਟੈਂਪਲੇਟਸ ਕਿਹੜੀ ਹੋਊਗੀ ਇਹਦੀ? ਇਹ HTML। ਤੇ ਇਹਦਾ ਡਿਜ਼ਾਈਨ ਕਿਵੇਂ ਦਾ ਹੋਊਗਾ? ਸਟਾਈਲ CSS ਦਾ ਬਾਅਦ ਇੱਥੇ ਦਿੱਤਾ ਜਾਂਦਾ। ਤੇ app.module.ts 'ਚ ਅਪਡੇਟ ਹੋਈ ਸੀ ਇਹ ਫਾਈਲ। ਇਹਦੇ 'ਚ ਇੱਥੇ ਹੈਡਰ ਕੰਪੋਨੈਂਟ, ਫੂਟਰ ਕੰਪੋਨੈਂਟ ਜੋ ਆਪਾਂ ਕੰਪੋਨੈਂਟ ਬਣਾਏ ਨੇ ਇੱਥੇ ਐਡ ਹੋ ਗਏ ਨੇ। ਤੇ ਇੱਥੇ ਵੀ ਇਹ ਯੂਜ਼ ਕੀਤੇ ਜਾਂਦੇ ਨੇ। ਦੈਨ ਇਹ ਆਪਣਾ ਕੋਡ ਯੂਜ਼ 'ਚ ਆਉਂਦਾ ਹੈ। ਹੁਣ ਆਪਾਂ ਨੂੰ ਕੀ ਕਰਨਾ ਪੈਣਾ? ਆਪਾਂ ਨੂੰ ਦੁਬਾਰੇ ਕਮਾਂਡ ਲਾਈਨ ਤੇ ਜਾਂਦੇ ਹਾਂ। ਇੱਥੇ ਜਾ ਕੇ ਆਪਾਂ ਕਰਦੇ ਨੇ
ਐਨਜੀ ਸਰਵ ਮੈਂ ਤੁਹਾਨੂੰ ਪਹਿਲਾਂ ਵੀ ਸਿਖਾਇਆ ਸੀ ਲਾਸਟ ਵੀਡੀਓ 'ਚ। ਜਦੋਂ ਵੀ ਆਪਾਂ ਰਨ ਕਰਨਾ ਹੈ ਇਹਨੂੰ ਬਰਾਊਜ਼ਰ 'ਚ ਦੇਖਣਾ ਹੈ ਤੇ ਆਪਾਂ ਨੂੰ ਐਨਜੀ ਸਰਵ ਕਰਨਾ ਪੈਂਦਾ। ਤੇ ਐਨਜੀ ਸਰਵ ਹੋ ਗਿਆ। ਲੋਕਲ ਹੋਸਟ 4200 ਤੇ ਆਪਾਂ ਚੈੱਕ ਕਰ ਸਕਦੇ ਹਾਂ ਇਹਨੂੰ ਜਾ ਕੇ। ਆਪਾਂ ਇੱਥੇ 4200 ਓਪਨ ਹੀ ਆਪਣੇ ਕੋਲ ਇਹ ਹੈਗੇ ਨੇ। ਇਹਦੇ ਵਿੱਚ ਆਪਾਂ ਨੂੰ ਕਲੀਅਰ ਨਹੀਂ, ਕੱਟ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਕੀ ਹੈ, ਇਸ ਲਈ ਆਪਾਂ ਇਹ ਕੋਡ ਹਟਾ ਦਿੰਦੇ ਨੇ ਫਿਲਹਾਲ ਤੁਹਾਡੇ ਸਮਝਾਉਣ ਲਈ। HTML ਇੰਡੈਕਸ ਪੇਜ ਹੈ ਜੋ ਮੇਨ ਇੰਡੈਕਸ ਪੇਜ ਹੈ, ਉਹਦੇ ਤੇ ਐਪ ਰੂਟ ਦਾ ਕੋਡ ਹੈ, ਐਪ ਦਾ ਕੋਡ ਹੈ ਸ਼ਾਇਦ, ਮੈਨੂੰ ਲੱਗਦਾ ਇਹ। ਆਪਾਂ ਇੱਥੇ ਚੱਲਦੇ ਨੇ ਐਪ ਦੇ ਵਿੱਚ, app.html, ਯੈਸ app.html ਹੈ। ਬਸ ਸਾਰਾ ਕੋਡ ਆਪਾਂ ਪਾ ਦਿੰਦੇ ਹਾਂ। ਲਿਖਦੇ ਆਪਾਂ h1 ਐਪ ਕੰਪੋनेंट, नीचे लिखते हैं आप ऐप फूटर, ठीक है आप ऐप हेडर गलत हो गए क्या करते हैं, ऐप हेडर ऊपर लिख देंगे। देखिए अपने ब्राउजर पे कुछ रिफ्लेक्ट होया। हाँ जी, ये अपने ब्राउजर पे रिफ्लेक्ट हो गया है। ਇੱਦਾਂ ਹੀ ਆਪਾਂ ਕੰਪੋਨੈਂਟਸ ਨੂੰ ਯੂਜ਼ ਕਰ ਸਕਦੇ ਹਾਂ। ਇਹ ਆਪਣੇ ਕੰਪੋਨੈਂਟਸ ਐਡ ਹੋ ਚੁੱਕੇ ਨੇ 2। ਤੇ ਆਪਾਂ ਜੇ ਤੁਸੀਂ ਕੁਝ ਚੇਂਜ ਕਰਕੇ ਦੇਖਣਾ ਚਾਹੁੰਦੇ ਹੋ ਇਹਨੂੰ, ਇਹ ਹੈ ਆਪਾਂ HTML ਕੋਡ ਇਹਦਾ component.h footer component.html ਚ ਲਿਖਿਆ, ਮੈਂ ਇਹਨੂੰ H4 ਕਰ ਦੇਣਾ so that you can change so the changes। देखो ये बोल्ड हो चुके हैं, H1 करेंगे साइज और ਵੱਡਾ ਹੋ ਜਾਣਾ। ਦੇਖੋ ਇਹਨਾਂ ਸਾਰਿਆਂ ਦਾ ਸਾਈਜ਼ ਸੇਮ ਹੋ ਚੁੱਕੇ। ਰਾਈਟ, ਇੱਦਾਂ ਕੰਪੋਨੈਂਟਸ ਜਨਰੇਟ ਕੀਤੇ ਜਾਂਦੇ ਨੇ ਤੇ ਇੱਦਾਂ ਐਡ ਕੀਤੇ ਜਾਂਦੇ ਨੇ। ਤੇ ਕੰਪੋਨੈਂਟ ਜਨਰੇਟ ਕਰਨ ਦੀ ਇੱਕ ਸ਼ਾਰਟ ਫਾਰਮ ਹੁੰਦੀ ਹੈ, ਤੁਹਾਨੂੰ ਉਹ ਵੀ ਦੱਸਦਾ ਮੈਂ। ਜਿਵੇਂ ਇਹ ਰਨਿੰਗ 'ਚ ਹੈ ਹੁਣ, ਦੇਖੋ ਆਪਾਂ ਐਂਟਰ ਕਰਨ ਦੇ ਨਾਲ ਕਰਸਰ ਨੀਚੇ ਨਹੀਂ ਆਉਂਦੀ, ਇਟ ਮੀਨਸ ਇਹ ਰਨਿੰਗ ਵਿੱਚ ਹੈ। ਇਹਨੂੰ ਆਪਾਂ ਸਟਾਪ ਕਰਨਾ ਹੋਏ ਤਾਂ Ctrl+C ਕਰਾਂਗੇ ਤੇ ਇਹ ਸਟਾਪ ਹੋ ਜੂਗੀ, ਕਮਾਂਡਸ ਜੋ ਵੀ ਚੱਲਦੀ ਹੋਊਗੀ। ਹੁਣ ਆਪਾਂ NG short form for generate, C short form for component, user, we can say student list। ਇਹ ਸ਼ਾਰਟ ਫਾਰਮ ਹੈ ਕੰਪੋਨੈਂਟ ਜਨਰੇਟ ਕਰਨ ਦੀ। ਇਹਦੇ ਨਾਲ ਵੀ ਆਪਣਾ ਕੰਪੋਨੈਂਟ ਸਟੂਡੈਂਟ ਲਿਸਟ ਨਾਮ ਦਾ ਜਨਰੇਟ ਹੋ ਚੁੱਕਿਆ ਹੈ। ਇਹਨੂੰ ਵੀ ਆਪਾਂ ਜਾ ਕੇ ਚੈੱਕ ਕਰਾਂਗੇ। ਹਾਂਜੀ, ਐਪ ਦੇ ਅੰਦਰ ਸਟੂਡੈਂਟ ਲਿਸਟ ਦਾ ਵੀ ਫੋਲਡਰ ਬਣ ਚੁੱਕਿਆ ਹੈ, 4 ਫਾਈਲਸ ਤੇ ਇੱਕ ਮੋਡੀਫਿਕੇਸ਼ਨ ਹੋਈ ਹੋਣੀ। ਇਹਨੂੰ ਵੀ ਆਪਾਂ ਚੈੱਕ ਕਰਨ ਲਈ ਕਿਵੇਂ ਕਰਾਂਗੇ, ਸਟੂਡੈਂਟ ਲਿਸਟ ਵਰਕ नीचे अपन लिख देंगे H2 प्लीज सब्सक्राइब आवर चैनल। एक और अपन ये लिखेंगे और अपन लिख देंगे H4 प्लीज शेयर वीडियो और students so that they can also
राइट। सेव किया, ਆਪਾਂ ਨੇ ਇਹ ਕੰਪੋਨੈਂਟ ਕਿੱਥੇ ਐਡ ਕਰਨਾ, ਆਪਾਂ ਕੰਪੋਨੈਂਟ ਕਰਨਾ ਹੈ ਜਾके we can say app component, footer ਤੋਂ ਉੱਪਰ ਕਰ ਦਾਂਗੇ ਆਪਾਂ, ਸੇਵ ਕੀਤਾ ਤੇ ਨਹੀਂ ਚੱਲਿਆ, ਵਾਈ ਸਾਈਡ ਆਊਟ ਕਿਉਂਕਿ ਇੱਥੇ ਆਪਾਂ ਨੂੰ ਚਲਾਉਣਾ ਪੈਣਾ, ਆਪਾਂ ਐਨਜੀ ਸਰਵ ਤਾਂ ਕਰਨਾ ਹੀ ਭੁੱਲ ਗਏ। ਹਮ, ਹਮ। ਹਾਂਜੀ, ਐਨਜੀ ਸਰਵ ਚੱਲ ਗਏ ਆਪਾਂ, ਵੀ ਕੈਨ ਸੀ ਐਪ ਕੰਪੋਨੈਂਟ ਜੋ ਕਿ ਆਪਣਾ ਮੇਨ ਹੈ, ਬਾਈ ਡਿਫਾਲਟ ਬਣਦਾ ਜਦੋਂ ਆਪਾਂ ਨਈ ਐਪ ਕ੍ਰੀਏਟ ਕਰਦੇ ਹਾਂ। ਉਸ ਤੋਂ ਬਾਅਦ ਹੈਡਰ, ਦੈਨ ਇਹ ਸਟੂਡੈਂਟ ਲਿਸਟ, ਇਹਦੇ 'ਚ ਆਪਾਂ ਜੋ ਲਿਖਿਆ ਪਲੀਜ਼ ਸਬਸਕ੍ਰਾਈਬ ਆਰ ਚੈਨਲ, ਪਲੀਜ਼ ਸ਼ੇਅਰ ਵੀਡੀਓ with more students so that they can also learn। ਲਾਸਟ 'ਚ ਆ ਗਿਆ ਆਪਣਾ ਫੂਟਰ ਕੰਪੋਨੈਂਟ। ਇੱਦਾਂ ਆਪਾਂ ਕੰਪੋਨੈਂਟਸ ਕ੍ਰੀਏਟ ਕਰ ਸਕਦੇ ਹਾਂ ਤੇ ਇਹਨਾਂ ਦੀਆਂ 4 ਫਾਈਲਸ ਕ੍ਰੀਏਟ ਹੁੰਦੀਆਂ। ਬਟ ਜੇ ਇਨ ਫਿਊਚਰ ਸਮਟਾਈਮਸ ਸਾਨੂੰ ਲੋੜ ਪੈਂਦੀ ਹੈ ਕਿ ਅਸੀਂ ਜ਼ਿਆਦਾਤਰ ਬੂਟਸਟ੍ਰੈਪ ਹੀ ਯੂਜ਼ ਕਰਨੀ ਹੈ ਜਾਂ ਜ਼ਿਆਦਾ ਡਿਜ਼ਾਈਨਿੰਗ ਕਰਨੀ ਹੈ ਨਹੀਂ, ਸਮਟਾਈਮਸ ਲੋੜ ਪੈਂਦੀ ਹੈ ਕਿ ਆਪਾਂ ਸਿਰਫ 2-4 ਵਰਡਸ ਟਾਈਟਲ ਹੀ ਦੇਣੇ ਹੈ, ਆਪਾਂ ਨੂੰ ਜ਼ਿਆਦਾ HTML ਦੀ ਲੋੜ ਨਹੀਂ ਹੈਗੀ, ਤਾਂ ਉਹਦੇ ਲਈ ਆਪਾਂ ਜ਼ਰੂਰੀ ਨਹੀਂ ਆਪਾਂ ਨੂੰ 4 ਫਾਈਲਸ ਜਨਰੇਟ ਕਰਨ ਦੀ ਲੋੜ ਹੈ। ਜੇ ਸਾਨੂੰ ਇੱਦਾਂ ਦੀ ਸਿਚੁਏਸ਼ਨ ਹੈ ਆਪਾਂ ਘੱਟ ਫਾਈਲਸ ਵੀ ਜਨਰੇਟ ਕਰ ਸਕਦੇ ਹਾਂ। ਲਾਈਕ ਇਹਨੂੰ ਕੰਟਰੋਲ ਸੀ ਦੱਬ ਕੇ ਕਲੋਜ਼ ਕਰੋ ਪਹਿਲਾਂ, ਜਸਟ ਮੈਨੂੰ ਸਟਾਈਲ ਸ਼ੀਟ ਦੀ ਲੋੜ ਨਹੀਂ ਹੈਗੀ, ਉਸਦੇ ਲਈ ਮੈਂ ਜਨਰੇਟ ਕਰਾਂਗਾ ਤਾਂ ਕਿਵੇਂ ਕਰ ਸਕਦਾ, NGGC we can say now courses ने inline style, right? इसने table 2 ਯੈਸ, ਹੁਣ ਸਾਡੀਆਂ ਸਿਰਫ 3 ਫਾਈਲਸ ਜਨਰੇਟ ਹੋਈਆਂ ਨੇ ਤੇ ਇੱਕ ਅਪਡੇਟ ਹੋਈ ਹੈ, ਅਦਰਵਾਈਜ਼ ਆਪਣੀਆਂ ਪਹਿਲਾਂ ਕਿੰਨੀਆਂ ਫਾਈਲਸ ਜਨਰੇਟ ਹੁੰਦੀਆਂ ਨੇ, 4, ਰਾਈਟ। ਆਈ ਹੋਪ ਯੂ ਰਿਮੈਂਬਰ। ਚਲੋ ਛੱਡੋ, ਇੱਥੇ ਨਹੀਂ ਪਤਾ ਰੱਖਣਾ। ਆਪਾਂ ਇੱਥੋਂ ਦੇਖ ਸਕਦੇ ਹਾਂ, ਇਹ ਆਪਾਂ ਕੋਰਸਿਸ ਹੁਣ ਜਨਰੇਟ ਕੀਤਾ, ਫਾਈਲਸ 3 ਜਨਰੇਟ ਹੋਈਆਂ, ਇਹ ਅਦਰਵਾਈਜ਼ 4 ਹੁੰਦੇ ਸੀ। ਇੱਥੇ CSS ਸਟਾਈਲ ਸ਼ੀਟ ਨਹੀਂ ਜਨਰੇਟ ਹੋਈ ਬਿਕੋਜ਼ ਸਾਨੂੰ ਸਟਾਈਲ ਸ਼ੀਟ ਦੀ ਜ਼ਰੂਰਤ ਨਹੀਂ ਹੈਗੀ। ਸਟਾਈਲ ਇੱਥੇ ਕਿਵੇਂ, ਇੱਦਾਂ ਆਪਾਂ ਇਨਲਾਈਨ ਸਟਾਈਲ ਦੇ ਸਕਦੇ ਹਾਂ, ਜਸਟ ਲਾਈਕ ਮੈਂ ਤੁਹਾਨੂੰ ਇਨਲਾਈਨ ਸਟਾਈਲ ਦੇ ਕੇ ਦਿਖਾਣਾ। डॉट course color, right? ये इशू सीगा, राइट। करना है ऐसा, करते हैं अपने
ਕੋਰਸ ਕਿਤੇ ਦਿੱਤਾ, ਪਹਿਲੀ ਗੱਲ ਆਪਾਂ ਕੋਰਸ ਲਈ ਦਿੱਤਾ ਨਹੀਂ ਹੈਗਾ ਕਿਤੇ, ਕੋਰਸ ਨੂੰ ਆਪਾਂ ਯੂਜ਼ ਕਰਨਾ ਪਊਗਾ। ਇੱਥੇ ਹੀ ਆਪਾਂ ਕਰ ਲੈਣਾ ਯੂਜ਼ ਲਿਸਟ ਦੇ ਨੀਚੇ ਐਪ ਕੋਰਸਿਸ, ਰਾਈਟ। ਹੁਣ ਆਪਾਂ ਨੂੰ ਕੀ ਕਰਨਾ ਪੈਂਦਾ, ਦੋ ਕੰਟਰੋਲ ਸੀ ਦੀ ਲੋੜ ਨਹੀਂ ਹੈਗੀ, ਇੱਕ ਆਫ ਹੈ ਐਨਜੀ ਸਰਵ, ਐਨਜੀ ਸਰਵ, ਰਾਈਟ। We did that mistake. एक क्लास बना ली, किते यूज तो की नहीं है, अपने यूज कितने करेंगे, ਇੱਥੇ ही चलेंगे एनजी, सॉरी कोर्स कंपोनेंट क्लास कोर्स, राइट। यस, आप ये देख सकते हो चेंज हो चुकी है, राइट। इसका कलर चेंज हो चुका है। देन ਹੁਣ ਅਸੀਂ ਚਾਹੁੰਦੇ ਹਾਂ ਵਿਦਆਊਟ ਟੈਂਪਲੇਟ, if we want to create generate component without template, then what to do, stop it, then ng style ਦੀ ਜਗ੍ਹਾ ਕਰਾਂਗੇ ਆਪਾਂ template, ਸੌਰੀ ਆਪਾਂ ਕੰਪੋਨੈਂਟ ਦਾ ਨੇਮ ਪਹਿਲੇ ਵਾਲਾ ਦਿੱਤਾ, ਰਾਈਟ। ਤੁਹਾਨੂੰ ਪਤਾ ਲੱਗੇ ਕਿ ਸੇਮ ਨਾਮ ਦੇ ਕੰਪੋਨੈਂਟ ਦੋ ਨਹੀਂ ਬਣ ਸਕਦੇ, ਇਸ ਲਈ ਆਪਾਂ ਨया ਨਾਮ ਦਵਾਂਗੇ ਕੋਈ। you can say features list, okay। ਇਸ ਦੇ ਵਿੱਚ 3 ਫਾਈਲਸ ਕ੍ਰੀਏਟ ਹੋਈਆਂ, CSS ਹੋ ਗਈ ਕ੍ਰੀਏਟ, ਬਟ HTML ਫਾਈਲ ਕ੍ਰੀਏਟ ਨਹੀਂ ਹੋਈ ਕਿਉਂਕਿ ਆਪਾਂ ਟੈਂਪਲੇਟ ਇਨਲਾਈਨ ਦੇ ਦਿੱਤਾ ਹੈ, ਰਾਈਟ। ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਕੋਰਸਿਸ ਟੀਚਰ ਲਿਸਟ, ਰਾਈਟ। 3 ਕੰਪੋਨੈਂਟਸ ਬਣ ਚੁੱਕੇ ਆ ਤੇ ਇੱਥੇ ਟੈਂਪਲੇਟ ਇੱਦਾਂ ਬਣ ਗਿਆ ਇਹ, ਕੈਪੀਟਲ ਕਰ ਦਿੱਤਾ ਇਹਦਾ। ਤੇ ਟੀਚਰ ਲਿਸਟ ਨੂੰ ਵੀ ਆਪਾਂ ਜੇ ਕੋਈ ਚੇਂਜ ਕਰ ਇੱਥੇ HTML ਆਪਾਂ ਲਿਖ ਸਕਦੇ ਹਾਂ, ਜੇ ਕੁਛ ਚੇਂਜ ਕਰਨਾ ਟੈਂਪਲੇਟ 'ਚ ਕਰ ਸਕਦੇ ਹੋ ਇਸ ਫਾਈਲ 'ਚ। ਜੀ ਇਹਨੂੰ ਵੀ ਆਪਾਂ ਯੂਜ਼ ਕਰਦੇ ਹਾਂ ਹੁਣ ਜਾ ਕੇ ਐਪ ਕੰਪੋਨੈਂਟਸ 'ਚ, ਰਾਈਟ। ਹਾਂਜੀ ਸਰਵ, बिल्ड तैयार हो चुकी है। Then we need to just redirect here and refresh it,
ये टीचर्स लिस्ट आ चुकी है, राइट। हाँ जी, तुसी चेंज करके देखना चाहते हो ਤੁਹਾਨੂੰ ਇੱਕ ਚੇਂਜ ਕਰਕੇ ਦਿਖਾ ਦਿੰਦੇ ਆ। ਇਹਦੀ ਜਗ੍ਹਾ ਤੇ ਆਪਾਂ ਕਰ ਦਿੰਦੇ ਆ H1, ਰਾਈਟ। ਰਾਈਟ, ਇਹ H1 ਚ ਆ ਚੁੱਕੇ, ਰਾਈਟ। ਜੇ ਤੁਸੀਂ ਚਾਹੁੰਦੇ ਹੋ ਕਿ ਸਟਾਈਲ ਤੇ ਟੈਂਪਲੇਟ ਦੋਨਾਂ ਦੀ ਲੋੜ ਨਹੀਂ ਹੈਗੀ, ਇੱਕ ਇੱਕ ਦੋ ਦੋ ਲਾਈਨ ਹੀ ਲਿਖਣੀ ਆ, ਉਹ ਆਪਾਂ ਡਾਇਰੈਕਟ ਹੀ ਇਸ ਕੰਪੋਨੈਂਟ ਡਾਟ ts ਫਾਈਲ 'ਚ ਲਿਖ ਲਾਂਗੇ, ਮੀਨਸ ਜਾਵਾਸਕ੍ਰਿਪਟ ਫਾਈਲ 'ਚ। ਦੈਨ ਸਾਡੇ ਕੋਲ ਉਸ ਦੇ ਲਈ ਵੀ ਆਪਸ਼ਨ ਹੈ। ਉਸ ਦੇ ਲਈ ਆਪਾਂ ਕੀ ਕਰ ਸਕਦੇ ਨੇ, ਦੇ ਲਈ ਪਹਿਲਾਂ ਇਹਨੂੰ ਕਲੋਜ਼, ਦੈਨ ਇਨਲਾਈਨ ਟੈਂਪਲੇਟ। ਕੋਰਸ ਦਾ ਨਾਮ ਚੇਂਜ ਕਰਨਾ ਪੈਣਾ, ਨਹੀਂ ਫਿਰ ਐਰਰ ਆਊਗਾ। ਕੋਰਸਿਸ ਤਾਂ ਬਣੇ ਹੋਏ ਬਣਾ, ਆਪਾਂ ਕੀ ਰੱਖ ਸਕਦੇ, ਆਪਾਂ ਕਰ ਦੇਣਾ ਉਰੇ colleges name, right। colleges ਤੋਂ ਆਪਾਂ e erase ਕਰ ਦਾਂਗੇ, colleges list, right। ਨਾਓ ਤੁਸੀਂ ਦੇਖ ਸਕਦੇ ਹੋ ਸਿਰਫ ਦੋ ਫਾਈਲਾਂ ਕ੍ਰੀਏਟ ਹੋਈਆਂ ਤੇ ਇੱਕ ਅਪਡੇਟ ਹੋਈ ਹੈ, ਰਾਈਟ। ਆਪਾਂ ਚੈੱਕ ਕਰ ਲਾਂਗੇ, ਇੱਥੋਂ ਜਾ ਕੇ ਆ ਚੁੱਕੀ ਹੈ colleges list, ਸਿਰਫ ਸਪੈਕ ਹੈ ਤੇ ਇਹ ਇਨਲਾਈਨ ਟੈਂਪਲੇਟਸ ਨੇ, ਰਾਈਟ। ਇਹਨਾਂ ਬਾਰੇ ਤੁਹਾਨੂੰ ਪਤਾ ਹੀ ਹੈ ਪਹਿਲਾਂ ਹੀ। ਇੱਕ ਹੋਰ ਟੈਗ ਐਡ ਕਰਦੇ ਹਾਂ, e ਟੈਗ, please comment on YouTube if you have any doubt, right। ਚੈੱਕ ਕਰਦੇ ਨੇ ਇਹਨੂੰ ਵੀ ਕੰਪੋਨੈਂਟ ਜੋ ਐਡ ਕਰਕੇ, how we can check, right। colleges list, so yes, please comment on YouTube if you have any doubt, right। ਕਾਲਜ ਲਿਸਟ ਵੀ ਇੱਦਾਂ ਐਡ ਹੋ ਚੁੱਕਿਆ। ਇੱਦਾਂ ਆਪਾਂ ਕੰਪੋਨੈਂਟਸ ਐਡ ਕਰ ਸਕਦੇ ਨੇ ਤੇ ਉਹਨਾਂ ਨੂੰ ਯੂਜ਼ ਕਰ ਸਕਦੇ ਨੇ। ਹੁਣ ਤੁਹਾਨੂੰ ਯੂਜ਼ ਕਰਨਾ ਤਾਂ ਸਿਖਾਇਆ ਨਹੀਂ ਹਲੇ, ਆਈ ਮੀਨ ਦੱਸਿਆ ਨਹੀਂ ਹੈਗਾ। ਜਸਟ ਲਾਈਕ ਇੱਕ ਕਾਲਜਸ ਹੈ, ਮੈਂ ਸੇਮ ਚਾਹੁੰਦਾ ਪੂਰੀ ਵੈਬਸਾਈਟ 'ਤੇ ਮੈਂ ਕਿਤੇ ਵੀ ਚਾਹਾਂ ਕਿ ਮੈਂ ਉਸ ਕੰਪੋਨੈਂਟ ਨੂੰ ਰੀਯੂਜ਼ ਕਰ ਸਕਾਂ, ਤਾਂ ਮੈਂ ਜਸਟ ਲਾਈਕ ਇੱਥੇ ਯੂਜ਼ ਕੀਤਾ। ਕੋਰਸ ਵਰਕ ਦੇਖੋ, ਦੋ ਵਾਰੀ ਯੂਜ਼ ਹੋ ਗਿਆ, ਉੱਪਰ ਵੀ ਨੀਚੇ ਵੀ, ਰਾਈਟ। ਇੱਦਾਂ ਹੀ ਨੋਟ ਇਹ ਤਾਂ ਕਿਸੇ ਵੀ ਮੈਂ ਕੰਪੋਨੈਂਟ ਨੂੰ ਜਿੰਨੀ ਵਾਰ ਚਾਹਾਂ ਉਨੀ ਵਾਰੀ ਹੀ ਯੂਜ਼ ਕਰ ਸਕਦਾ, ਹਰ ਕੰਪੋਨੈਂਟ ਦੇ ਬਿਟਵੀਨ ਮੈਂ ਯੂਜ਼ ਕਰ ਦਿੰਦਾ। ਦੇਖੋ ਕਿੰਨੀ ਵਾਰੀ, 1 2 3 4, ਇੱਕ ਕੰਪੋਨੈਂਟ ਬਣਾ ਕੇ ਮੈਂ 4 ਵਾਰੀ ਯੂਜ਼ ਕੀਤਾ ਤੁਹਾਡੇ ਸਾਹਮਣੇ। ਇਸ ਲਈ ਕੰਪੋਨੈਂਟਸ ਤੇ ਹੀ JS ਫਰੇਮਵਰਕ ਨੇ ਜ਼ਿਆਦਾ, ਤਾਂ ਕਿ ਰੀਯੂਜ਼ ਕਰਨੇ ਬੜੇ ਈਜ਼ੀ ਨੇ। ਤੇ ਜਿੰਨੇ ਛੋਟੇ ਕੰਟੈਂਟ ਰੱਖੀਏ ਆਪਾਂ ਕੰਪੋਨੈਂਟ 'ਚ, ਮੀਨਸ ਜਸਟ ਲਾਈਕ ਰਿਸੋਰਸਿਸ,
ਜੇ ਕੰਪੋਨੈਂਟ ਤਾਂ ਪੂਰੇ ਹੈਡਰ ਦਾ ਵੀ ਇੱਕ ਬਣ ਸਕਦਾ ਸੀ। ਪਰ ਜੇ ਆਪਾਂ ਰੀਯੂਜ਼ ਕਰਨਾ ਚਾਹੁੰਦੇ ਹਾਂ ਆਪਣਾ ਕੋਡ, ਤਾਂ ਜ਼ਿਆਦਾ ਤੋਂ ਜ਼ਿਆਦਾ, ਸੋ ਦੈਟ ਆਪਾਂ ਨੂੰ ਛੋਟੇ-ਛੋਟੇ ਕੰਪੋਨੈਂਟਸ ਬਣਾਉਣੇ ਚਾਹੀਦੇ ਨੇ। ਬਲੌਗ ਦਾ ਡਿਫਰੈਂਟ, ਇਵੈਂਟ ਦਾ ਡਿਫਰੈਂਟ, ਸੂਟਸ ਦਾ ਡਿਫਰੈਂਟ, ਸੋ ਦੈਟ ਜੇ ਮੈਂ ਸਾਈਡ ਮੈਨਿਊ 'ਚ ਕਿਤੇ ਯੂਜ਼ ਕਰਨਾ ਉੱਥੇ ਐਡ ਕਰਦਾ, ਫੂਟਰ 'ਚ ਯੂਜ਼ ਕਰਨਾ ਉੱਥੇ ਐਡ ਕਰਦਾ। ਅਦਰਵਾਈਜ਼ ਜੇ ਮੈਨੂੰ ਇਕੱਲਾ ਬਲੌਗ ਹੀ ਯੂਜ਼ ਕਰਨਾ ਹੈ ਫੂਟਰ 'ਚ, ਤਾਂ ਮੈਨੂੰ ਦੁਬਾਰਾ ਹੀ ਫੂਟਰ ਬਣਾਉਣਾ ਪੈਣਾ, ਕਿਉਂਕਿ ਹੈਡਰ ਦੇ ਵਿੱਚ ਤਾਂ ਸਾਰੇ ਹੋਣਗੇ। ਸੋ ਛੋਟੇ ਪਾਰਟਸ ਨੂੰ ਕੰਪੋਨੈਂਟਸ ਦੀ ਸ਼ੇਪ 'ਚ ਬਣਾਉਣਾ ਚਾਹੀਦਾ, ਤਾਂ ਕਿ ਤੁਸੀਂ ਰੀਯੂਜ਼ ਤੋਂ ਵੱਧ ਕਰ ਸਕੀਏ ਨਾ। ਅੱਜ ਮੈਂ ਤੁਹਾਨੂੰ ਦੱਸਿਆ ਕਿ ਕਿਵੇਂ ਆਪਾਂ ਕੰਪੋਨੈਂਟਸ ਜਨਰੇਟ ਕਰ ਸਕਦੇ ਹਾਂ, ਕਿਸ ਟਾਈਪ ਦੇ ਕੰਪੋਨੈਂਟਸ ਜਨਰੇਟ ਕਰ ਸਕਦੇ ਹਾਂ, ਤੇ ਕਿਵੇਂ ਉਹਨਾਂ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਆਪਣੀ ਸਾਈਟਸ 'ਚ। ਸੋ ਲਾਸਟ, ਜਿਵੇਂ ਕਿ ਲਾਸਟ ਵੀਡੀਓ 'ਤੇ ਕਮੈਂਟ ਆਇਆ ਸੀ ਇੱਕ ਸਾਡੇ ਯੂਜ਼ਰ ਦਾ ਕਿ ਉਹਨਾਂ ਨੂੰ ਪ੍ਰੋਬਲਮ ਕਲੀਅਰ ਨਹੀਂ ਹੋਇਆ ਕਿ ਐਂਗੂਲਰ ਡੈਵ ਟੂਲ ਕ੍ਰੋਮ 'ਚ ਐਕਸਟੈਂਸ਼ਨ ਕਿਵੇਂ ਐਡ ਕੀਤੀ ਸੀ। ਆਪਾਂ ਸਿੰਪਲੀ ਇੱਥੇ ਟਾਈਪ ਕਰ ਸਕਦੇ ਹਾਂ ਐਂਗੂਲਰ ਡੈਵ ਟੂਲ, ਜਿਵੇਂ ਮੈਂ ਉਸ ਕੀਤਾ ਸੀ ਤੇ ਮੇਰੇ ਪਈ ਇਹ ਦੇਖੋ, ਐਂਗੂਲਰ ਡੈਵ ਟੂਲ ਐਕਸਟੈਂਡਸ ਕ੍ਰੋਮ ਡੈਵ ਟੂਲ। ਕ੍ਰੋਮ ਦੇ ਵਿੱਚ ਦੀ ਐਕਸਟੈਂਸ਼ਨ ਹੀ ਹੈ ਇਹ। ਇੱਥੋਂ ਐਕਸਟੈਂਸ਼ਨ ਜਾ ਕੇ ਇੱਥੋਂ ਐਡ ਦਾ ਆਪਸ਼ਨ ਹੋਊਗਾ, ਮੇਰੇ ਪਹਿਲਾਂ ਹੀ ਐਡ ਰਿਮੂਵ ਦਾ ਆ ਰਿਹਾ, ਤੁਹਾਡੇ ਐਡ ਦਾ ਆਊਗਾ, ਤੁਸੀਂ ਇੱਥੋਂ ਸਿੰਪਲੀ ਐਡ ਕਰ ਸਕਦੇ ਹੋ। ਇਹ ਕ੍ਰੋਮ ਜਿਵੇਂ ਆਪਣੇ ਮੋਬਾਈਲ ਦਾ ਐਪ ਸਟੋਰ, ਪਲੇ ਸਟੋਰ ਹੁੰਦਾ, ਇੱਦਾਂ ਹੀ ਕ੍ਰੋਮ ਬਰਾਊਜ਼ਰ ਦਾ ਵੈਬ ਸਟੋਰ ਹੈ ਇਹ। ਆਪਾਂ ਡਾਇਰੈਕਟਲੀ ਸਿੱਧਾ ਜੇ ਇੱਥੇ ਜਾਈਏ ਨਾ ਕ੍ਰੋਮ ਐਕਸਟੈਂਸ਼ਨਸ, ਤੁਸੀਂ ਇੱਥੇ ਵੀ ਡਾਇਰੈਕਟ ਹਿੱਟ ਕਰ ਸਕਦੇ ਹੋ। ਇੱਦਾਂ ਆਪਸ਼ਨ ਆਊਗਾ ਤੁਹਾਡੇ, ਤੁਸੀਂ ਡਾਇਰੈਕਟਲੀ ਜਾਓ ਕ੍ਰੋਮ ਸਟੋਰ ਤੇ, ਇੱਥੇ ਵੀ ਤੁਸੀਂ ਲਿਖ ਸਕਦੇ ਹੋ ਕੀ ਸੀ ਆਪਣਾ ਐਂਗੂਲਰ ਡੈਵ ਟੂਲ, ਐਂਗੂਲਰ ਡੈਵ ਟੂਲ, ਰਾਈਟ। ਇਹ ਐਂਗੂਲਰ ਦੇ ਅਲੱਗ-ਅਲੱਗ ਆ ਗਏ, ਆਪਣੇ ਵਾਲਾ ਨੇਮ ਚੈੱਕ ਕਰਕੇ ਤੁਸੀਂ ਇੱਥੋਂ ਐਡ ਕਰ ਸਕਦੇ ਹੋ। ਜਿਵੇਂ ਕਿ ਇਹਦੇ ਇੱਥੇ ਆਊਗਾ ਤੁਹਾਨੂੰ, ਇਹ ਆਪਣੇ ਵਾਲਾ ਹੀ ਹੈ, ਤਾਂ ਹੀ ਇਹਨੇ ਰਿਮੂਵ ਦਾ ਦਿੱਤਾ। ਜੇ ਦੂਜਾ ਹੋਇਆ ਇੱਦਾਂ ਐਡ ਟੂ ਕ੍ਰੋਮ ਦਾ ਆਪਸ਼ਨ ਆ ਜਾਊਗਾ, ਤੁਹਾਨੂੰ ਇੱਦਾਂ ਵੀ ਕਰ ਸਕਦੇ ਹੋ, ਜਾਂ ਡਾਇਰੈਕਟਲੀ ਇੱਥੋਂ ਕਰ ਸਕਦੇ ਹੋ। ਤੇ ਆਈ ਹੋਪ ਹੁਣ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਜੇ ਕੁਝ ਵੀ ਨਹੀਂ ਕਲੀਅਰ ਹੋਇਆ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਟਫ ਲੱਗਦਾ ਹੋਊਗਾ, ਜਿਹੜੇ ਫਸਟ ਟਾਈਮ ਆ ਰਹੇ ਨੇ ਐਂਗੂਲਰ 'ਚ, ਤੁਹਾਨੂੰ ਨੈਕਸਟ ਵੀਡੀਓ 'ਚ ਹੋਰ ਕਲੀਅਰ ਹੋ ਜਾਊਗਾ, ਹੋਰ ਆਪਾਂ ਪ੍ਰੈਕਟੀਕਲ ਕਰਾਂਗੇ, ਹੋਰ ਇਲੈਬੋਰੇਟ ਹੋ ਜਾਊਗਾ। ਤੇ ਪਲੀਜ਼ ਚੈਨਲ ਸਬਸਕ੍ਰਾਈਬ ਕਰ ਦਿਓ, ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ। ਹੁਣ ਮਿਲਦੇ ਆਪਾਂ ਨੈਕਸਟ ਵੀਡੀਓ 'ਚ।